अस्सलाम वालेकुम। मैं वहाँ साकम मुश्ताक, चैनल का नाम है साकम मुश्ताक दी दुनिया। कल तुहानू कुछ दरिया का हिस्सा विखाया सी ते अज तुहानू बाकी चढ़ते दरिया की तरफ लैके जावांगे और इत्थे कुछ रैशी लोग ने ਜਿਹੜੇ मकामी लोग ने उन्हां नाल गल भी करांगे। दरियाए सतलुज का बहाव बहुत तेज़ हो रहा है। हुण असी एक बाबा जी ला गल करांगे ਜਿਹੜੇ मच्छी पकड़ रहे सी। अस्सलाम वालेकुम बाबा जी। वालेकुम अस्सलाम। बाबा जी तुसी इत्थों दे रैशी हो? हाँ जी। ਇਹ ਕੀ ਹੱਥ 'ਚ ਤੁਸੀਂ ਫੜਿਆ ਤੀਲਾਂ ਜੀਆਂ? एक कुंडी फाड़ रहे। ਕੁੰਡੀ ਫੜੀ ਹੋਈ ਹੈ? हाँ जी। ਇਹਦੇ ਲਈ ਕੀ ਕਰਦੇ ਹੋ? मच्छी फाड़नी। ਮੱਛੀ ਫੜ ਰਹੇ? ਕਦੋਂ ਦੇ ਫੜ ਰਹੇ ਹੋ? मच्छी ये बड़े अरसे पर ਨਹੀਂ ਹੁਣ ਕੋਈ ਫੜੀ ਜੇ ਤੁਸੀਂ? नहीं अजे नहीं आई। ਇਹ ਦਰਿਆ ਇੰਨਾ ਭਰਿਆ ਹੋਇਆ ਤੁਸੀਂ ਫਿਰ ਵੀ ਮੱਛੀਆਂ ਫੜੀ ਜਾਂਦੇ ਹੋ, ਡਰ ਨਹੀਂ ਲੱਗਦਾ ਤੁਹਾਨੂੰ? नहीं ਬਿਲਕੁਲ ਨਹੀਂ ਲੱਗਦਾ। नहीं ਬਾਬਾ ਜੀ ਇਹ ਦਰਿਆ ਚੜਿਆ ਕਿ ਇੰਨਾ ਹੀ ਸੀ ਪਹਿਲੇ ਵੀ? नहीं पहले कोई नहीं चढ़ा, हुन चढ़ा है। ਅੱਛਾ हाँ जी। ਇਹ ਹਜੇ ਪਾਣੀ ਪਿੱਛੋਂ ਆ ਰਿਹਾ ਕਿ ਖਤਮ ਹੋ ਗਿਆ ਹੈ? आ रही है। ਆ ਰਿਹਾ ਹੈ। हाँ जी। ਬੜੀ ਮਿਹਰਬਾਨੀ ਬਾਬਾ ਜੀ। ਬਾਬਾ ਜੀ ਨਾਲ ਅਸੀਂ ਗੱਲ ਕੀਤੀ। ਬਾਬਾ ਜੀ ਦੱਸ ਰਹੇ ਸੀ ਕਿ 3-4 ਦਿਨ ਤੋਂ ਦਰਿਆ ਕਾਫੀ ਜ਼ਿਆਦਾ ਪਾਣੀ ਆਇਆ ਹੋਇਆ, ਇਸ ਤੋਂ ਪਹਿਲਾਂ ਪਾਣੀ ਨਹੀਂ ਸੀ ਇੰਨਾ ਹੈਗਾ। ਹੁਣ ਅਸੀਂ ਮਜ਼ੀਦ ਚੜ੍ਹਦੇ ਦਰਿਆ ਵੱਲ ਤੁਹਾਨੂੰ ਲੈ ਕੇ ਜਾ ਰਹੇ ਹਾਂ ਤਾਂ ਕਿ ਪੂਰੇ ਦਰਿਆ ਦਾ ਜਿੱਥੋਂ ਤੱਕ ਅਸੀਂ ਵਿਜ਼ਿਟ ਕਰਵਾ ਸਕਦੇ ਹਾਂ ਤੁਹਾਨੂੰ ਸੈਰ ਕਰਵਾਵਾਂਗੇ। ਦਰਿਆਏ ਸਤਲੁਜ 'ਤੇ ਜਗ੍ਹਾ ਜਗ੍ਹਾ ਕੁਛ ਲੋਕ ਮੱਛੀਆਂ ਪਕੜ ਰਹੇ ਸੀ। ਚੜ੍ਹਦੇ ਦਰਿਆ ਵੱਲ ਅਸੀਂ ਜਾ ਰਹੇ ਸੀ ਤੇ ਪਾਣੀ ਦਾ ਬਹਾਓ ਬਹੁਤ ਤੇਜ਼ੀ ਨਾਲ ਤੇਜ਼ ਹੋ ਰਿਹਾ ਸੀਗਾ। ਕੁਝ ਇਲਾਕਾ ਵੀ ਇੱਥੋਂ ਖਤਰਨਾਕ ਸੀ। ਰੋਡ ਤੋਂ ਬਿਲਕੁਲ ਖੌਫ ਆ ਰਿਹਾ ਸੀ। ਛੋਟੀ ਜੀ ਸੜਕ ਸੀਗੀ ਜਿੱਥੋਂ ਕਿ ਕੋਈ ਲੋਕ ਵੀ ਲੰਘਦੇ ਟੱਪਦੇ ਨਜ਼ਰ ਨਹੀਂ ਸੀ ਆ ਰਹੇ। ਅਸੀਂ ਫਿਰ ਵੀ ਇਸ ਜਗ੍ਹਾ 'ਤੇ ਜਾ ਰਹੇ ਸੀ ਜਿੱਥੋਂ ਤੱਕ ਚੜ੍ਹਦੇ ਦਰਿਆ ਵੱਲ ਨਜ਼ਰ ਜਾ ਰਹੀ ਸੀ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ ਔਰ ਕੋਈ ਸ਼ੈ ਨਜ਼ਰ ਨਹੀਂ ਸੀ ਆ ਰਹੀ। ਦਰਿਆ 'ਤੇ ਇੱਕ ਪੈਮਾਨਾ ਲੱਗਾ ਹੋਇਆ ਹੈ। ਇਹ ਪਾਣੀ ਦਾ ਪੈਮਾਨਾ ਲੱਗਾ ਹੋਇਆ ਜੀ ਜਿਹੜਾ ਬਿਲਕੁਲ ਅਜੇ ਇੱਥੇ ਤੇ ਜ਼ੀਰੋ ਤੇ -5 ਕਹਿਦਾ -5 ਤੋਂ ਥੱਲੇ ਚੱਲ 0.50 ਇਹ ਸਾਰੇ ਮੇਰੇ ਦੋਸਤ ਖੜੇ ਨੇ ਜਿਹੜੇ ਬਹੁਤ ਕਾਲੇ ਨੇ, ਕਹਿੰਦੇ ਜਲਦੀ ਜਲਦੀ ਸਾਰਾ ਦਰਿਆ ਦਾ ਵਿਜ਼ਿਟ ਕਰ ਲਈਏ। ਦੋਸਤ ਦੱਸ ਰਹੇ ਸੀ ਕਿ ਇਹ ਸਾਹਮਣੇ ਜਿੰਨਾ ਵੀ ਏਰੀਆ ਨਜ਼ਰ ਆ ਰਿਹਾ ਇਹ ਸਾਰਾ ਮੱਛੀ ਫਾਰਮ ਹੈ ਜਿਹੜਾ ਕਾਫੀ ਦੂਰ ਤੱਕ ਫੈਲਿਆ ਹੋਇਆ ਸੀ। ਦਰਿਆਏ ਸਤਲੁਜ ਦੀ ਲੰਬਾਈ ਤਕਰੀਬਨ 1500 ਕਿਲੋਮੀਟਰ ਹੈ। ਅਸੀਂ ਦਰਿਆਏ ਸਤਲੁਜ ਦੇ ਚੜ੍ਹਦੀ ਸਾਈਡ 'ਤੇ ਤਕਰੀਬਨ 15 ਕਿਲੋਮੀਟਰ ਦੂਰ ਆ ਗਏ ਸੀਗੇ। ਦਰਿਆਏ ਸਤਲੁਜ ਦਾ ਇਹ ਉਹ ਇਲਾਕਾ ਹੈ ਜਿੱਥੇ ਲੋਕਾਂ ਦੇ ਥੋੜ੍ਹੇ ਬਹੁਤੇ ਘਰ ਸੀ ਜਿਹੜੇ ਪਾਣੀ ਦੇ ਵਿੱਚ ਡੁੱਬ ਗਏ ਆ, ਲੇਕਿਨ ਲੋਕ ਨੇ ਜਿਹੜੇ ਦਰਿਆ ਦੇ ਕਿਨਾਰੇ 'ਤੇ ਆ ਗਏ ਨੇ। ਸੈਰ ਕਰਦੇ ਹੋਇਆ ਸਾਨੂੰ ਇੱਕ ਮੋਟਰਸਾਈਕਲ ਨਜ਼ਰ ਆਇਆ ਜਿਹਦਾ ਲੱਗਦਾ ਸੀ ਕੋਈ ਵਾਲੀ ਵਾਰਸ ਨਹੀਂ ਹੈਗਾ। ਮੋਟਰਸਾਈਕਲ ਦੀ ਚੈਨ ਵੀ ਉਤਰੀ ਹੋਈ ਸੀ। ਕਰੀਬ ਇੱਕ ਘਰ ਵੀ ਹੈਗਾ ਸੀਗਾ ਅਤੇ ਮੋਟਰਸਾਈਕਲ ਬਿਲਕੁਲ ਅਵਾਰਾ ਸੁੱਟਿਆ ਹੋਇਆ ਸੀਗਾ। ਇਹ ਦੇਖੋ ਇਸ ਤਰ੍ਹਾਂ ਲੱਗਦਾ ਜਿਵੇਂ 1970 ਦਾ ਇੱਥੇ ਪਿਆ ਹੋਇਆ। ਇਹ ਜਿਹੜਾ ਇਲਾਕਾ ਹੈ ਇੱਥੇ ਵੀ ਲੋਕਾਂ ਦੀ ਰਿਹਾਇਸ਼ ਪਜ਼ੀਰ ਸੀਗੇ। ਔਰ ਸਾਹਮਣੇ ਇੱਕ ਨਲਕਾ ਨਜ਼ਰ ਆ ਰਿਹਾ ਜਿਹੜਾ ਕਿ ਪਾਣੀ 'ਚ ਬਿਲਕੁਲ ਡੁੱਬ ਗਿਆ ਹੈ। ਇਹਦੇ ਲਾਗੇ ਇੱਕ ਮਕਾਨ ਵੀ ਹੈ ਜਿੱਥੇ ਲੋਕਾਂ ਦੀ ਰਿਹਾਇਸ਼ ਸੀਗੀ, ਲੇਕਿਨ ਇੱਥੇ ਲੋਕ ਨਹੀਂ ਹੈਗੇ, ਉਹ ਕਿਨਾਰੇ 'ਤੇ ਆ ਗਏ ਨੇ। ਤੁਹਾਨੂੰ ਇੱਕ ਔਰ ਸ਼ਖਸ ਨਾਲ ਮਿਲਾਉਂਦੇ ਹਾਂ ਜਿਹੜਾ ਕਿ ਇਸ ਇਲਾਕੇ ਦਾ ਰਿਹਾਇਸ਼ੀ ਹੈ। ਮੇਰੇ ਦੋਸਤ ਉਹਦੇ ਕੋਲ ਕਿਕਲੀ ਖਾ ਰਹੇ ਨੇ, ਗੱਲ ਕਰਦੇ ਹਾਂ। ਭਾਈ ਜਾਨ ਸਲਾਮ ਵਾਲੇਕੁਮ, ਕੀ ਹਾਲ ਜੇ? ਠੀਕ ਠਾਕ। ਇਹ ਤੁਹਾਨੂੰ ਡਰ ਨਹੀਂ ਲੱਗਾ ਐਡੀ ਦੂਰੋਂ ਲੈ ਆਏ ਹੋ? ਨਹੀਂ ਨਹੀਂ ਸਾਹਮਣੇ ਲੱਗਦੇ ਨਾ। ਤੁਹਾਡਾ ਘਰ ਕਿੱਥੇ ਇੱਥੇ? ਸਾਡਾ ਬੰਦ ਦੇ ਪਾਰ ਹੋਏ। ਅੱਛਾ ਡੁੱਬ ਤੇ ਨਹੀਂ ਗਿਆ? ਹਾਂਜੀ ਡੁੱਬ ਗਿਆ ਕਿ ਬਚ ਗਿਆ? ਨਹੀਂ ਆ ਸਾਰੇ ਬੱਚੇ ਬੈਠੇ ਆ। ਬਚ ਗਏ ਹੋ? ਟੁੱਟਾ ਬਾਨਾ ਭਿੰਡੇ ਟੁੱਟਾ। ਕਿੰਨੀ ਕੁ ਦੂਰ ਹੈ ਤੋਂ? ਅੱਛਾ ਸਾਰੇ ਦੂਰ ਹੈ ਪਿਆ। ਕਾਸ਼ੀ ਇੱਧਰ ਵਿਖਾਈ ਕੀ ਹੈ ਯਾਰ? ਯਾਰ ਇਹਨੇ ਕੋਈ ਫਲ ਲਿਆਣ ਕੇ ਦਿੱਤਾ ਜੀ ਆ ਸਾਨੂੰ। ਮਾਸ਼ਾਅੱਲਾ ਜੀ। ਇਹਦੇ ਕੀ ਫਾਇਦੇ ਆ ਪਤਾ ਜੇ? ਇਹਦਾ ਕੋਈ ਫਾਇਦਾ ਨਹੀਂ, ਬਸ ਚਸਕਾ ਜੀ ਆਈ, ਬਸ ਖੰਦੇ ਰਹਿੰਦੇ ਵਧੇ ਰਹਿੰਦੇ। ਕੀ ਹੈ? ਪਹਿਲਾਂ ਸਾਜੇ ਦੇ ਪਏ। ਅੱਛਾ ਇਹ ਕਿਹੜਾ ਇਲਾਕਾ ਹੈ? ਇਹ ਹੈ ਪਿਆ ਹੁਜਰਾ ਖਰਲਾ ਇਲਾਕਾ। ਹੁਜਰਾ ਖੱਲਾਂ ਵਾਲੀ? ਹਾਂਜੀ। ਇਹ ਵੇਖੋ ਜੀ 10 ਸਾਲ ਦਾ ਬੱਚਾ ਹੈ ਮਾਸ਼ਾਅੱਲਾ, ਜਿਹੜੀਆਂ ਇੰਨੀਆਂ ਸਾਰੀਆਂ ਗਾਈਆਂ ਸੰਭਾਲੀ ਫਿਰਦਾ ਹੈ ਤੇ ਉਹਨਾਂ ਨੂੰ ਚਰਾ ਰਿਹਾ ਹੈ। ਇਹ ਦੂਸਰੇ ਭਾਈ ਨੇ, ਇਹਨਾਂ ਨਾਲ ਹੁਣ ਗੱਲ ਕਰਦੇ ਆ ਦਰਿਆ ਦੇ ਬਾਰੇ ਕਿ ਕਿੰਨੇ ਕੁ ਦਿਨ ਹੋ ਗਏ ਆ ਇਹ ਦਰਿਆ ਨੂੰ ਇੰਨੇ ਚੜੇ ਹੋਏ ਨੂੰ। ਹਾਂਜੀ ਇਹ ਦਰਿਆ ਕਦੋਂ ਦਾ ਚੜਿਆ ਹੋਇਆ ਹੈ? ਇਧਰ ਅੱਜ ਹੈ ਚੌਥੀ ਦੀਵਾਰ ਹੈ।
ਚੌਥੇ ਦਿਨ ਅਜੇ ਆ ਰਿਹਾ ਪਿੱਛੋਂ ਪਾਣੀ ਕੇ ਬਸ? ਨਹੀਂ ਆ ਰਹੀ ਹੈ ਪਾਣੀ ਆ ਰਹੀ ਹੈ। ਅੱਛਾ ਫਿਰ ਤੁਸੀਂ ਮਾਲ ਕਿੱਥੋਂ ਖੜੋਗੇ? ਮਾਲ ਅਸੀਂ ਇੱਥਾਂ ਗੁਜ਼ਾਰਾ ਕਰਸਾਂ ਕਿਤੇ ਕਰੇ। ਕੀ ਪਾਉਂਦੇ ਜੋ ਇਹਨਾਂ ਨੂੰ? ਇਹਨਾਂ ਨੂੰ ਬਸ ਪੱਠਾ ਪਾੜਾ ਤੇ ਦੁੱਧ ਇਹਨਾਂ ਦਾ ਇੰਨਾ ਕੀ ਕਰਦੇ ਹੋ? ਇਹ ਦੁੱਧ ਤਾਂ ਵੇਚਦੇ ਆ। ਇੱਥੋਂ ਦੁੱਧ ਹੀ ਲੈ ਜਾਂਦੇ ਆ? ਹਾਂਜੀ। ਕੀ ਰੇਟ ਲੈ ਕੇ ਜਾਂਦੇ? ਦੁੱਧ ਦੀ ਗਾਵੇ ਤਾਂ ਲੈਂਦੇ ਨਹੀਂ 5000। ਅੱਛਾ ਹਾਂ ਤੇ ਮਾਝੇ ਦਾ ਪਤਾ ਨਹੀਂ, ਸਾਡੇ ਤੇ ਗਾਵਾ ਹੀ ਪਈ। ਉਹ ਬੰਦਾ ਵਿੱਚ ਵੜਿਆ ਖਲੋਤਾ ਐਡੀ ਦੂਰ। ਹਾਂ ਉਹ ਗਾਂ ਪਾ ਸਿੱਖਦਾ ਵਾ। ਇਹ ਕੱਢਣ ਦਾ ਤਰੀਕਾ ਤੇ ਦੱਸ ਦੇ ਯਾਰ ਉਤੋਂ। ਹਾਂ ਯਾ ਇੱਥੋਂ ਆਈ ਕਰ ਲਿਆ, ਆਈ ਕਰ ਲੈ ਤੇ ਅਸੀਂ ਇਹ ਭਾਈ ਉਹਨਾਂ ਨਾਲ ਗੱਲ ਕੀਤੀ ਹੈ ਜਿਨੇ ਸਾਰੀ ਇਸ ਦਰਿਆ ਦੀ ਸੂਰਤ ਹਾਲ ਦੱਸੀ ਹੈ ਕਿ ਚੌਥਾ ਦਿਨ ਹੈ ਅੱਜ ਦਰਿਆ ਵਿੱਚ ਪਾਣੀ ਆਏ ਨੂੰ, ਤੇ ਹਜੇ ਪਤਾ ਨਹੀਂ ਕਿੰਨਾ ਕੁ ਪਾਣੀ ਹੋਰ ਆਉਣਾ ਹੈ। ਇੱਥੋਂ ਕਿੰਨੇ ਕੁ ਦੂਰ ਹੈ ਜਿਹੜਾ ਪਤਨ ਟੁੱਟਿਆ? ਸਾਹ ਦੂਰ ਹੈ। ਦੱਸਦਾ ਉਹਨਾਂ ਨੇ ਕਲਾਲੀ। ਕਲਾਲੀ। ਠੀਕ ਹੋ ਗਿਆ ਭਾਈ, ਤੁਹਾਡੇ ਨਾਲ ਮਿਲ ਕੇ ਸਾਨੂੰ ਬਹੁਤ ਅੱਛਾ ਲੱਗਾ। ਤੁਸੀਂ ਇਸ ਇਲਾਕੇ ਦੇ ਹਾਲਾਤ ਦੇ ਬਾਰੇ ਦੱਸਿਆ। ਬੱਦਲ ਬਹੁਤ ਚੜ ਰਿਹਾ ਹੈ ਹਾਂ ਬੱਦਲ ਬੜਾ ਚਾਹ ਤੇ ਹੁਣ ਤੁਸੀਂ ਵੀ ਘਰ ਚੱਲ ਜਾਓ ਨਾ। ਹਾਂਜੀ ਘਰ ਗਾਵਾਂ ਨੂੰ ਕੀ ਪਾਉਂਦੇ ਜੋ? ਇਹ ਘਾਹ ਗਾਂ ਕਿੱਥੋਂ ਲਿਆਉਂਦੇ ਜੋ? ਇਥੋਂ ਘਾਹ ਵਾਹ। ਅਸੀਂ ਅਜੇ ਇਸ ਲੜਕੇ ਨਾਲ ਗੱਲਬਾਤ ਕਰ ਰਹੇ ਸੀਗੇ ਕਿ ਅਚਾਨਕ ਚੜ੍ਹਦੀ ਸਾਈਡ ਤੋਂ ਇੰਨਾ ਤੇਜ਼ ਬੱਦਲ, ਕਾਲਾ ਸਿਆਹ ਬੱਦਲ ਨਜ਼ਰ ਆਇਆ ਕਿ ਅਚਾਨਕ ਬਾਰਿਸ਼ ਸ਼ੁਰੂ ਹੋ ਗਈ। ਅਸੀਂ ਬੱਦਲ ਵੇਖ ਕੇ ਬਹੁਤ ਜ਼ਿਆਦਾ ਡਰ ਗਏ ਕਿ ਇੱਕ ਤੇ ਅਸੀਂ ਅਣਜਾਣ ਹਾਂ, ਦੂਸਰਾ ਨਾ ਕੋਈ ਸਾਨੂੰ ਰਾਹ ਦਾ ਪਤਾ ਹੈ। ਅਸੀਂ ਫੌਰੀ ਆਪਣੇ ਮੋਟਰਸਾਈਕਲਾਂ 'ਤੇ ਬੈਠੇ ਤੇ ਵਾਪਸੀ ਹੈਡ ਸਲਾਮ ਦੀ ਤਰਫ ਚੱਲ ਪਏ। ਹੈਡ ਸਲਾਮ ਇੱਥੋਂ ਤਕਰੀਬਨ 15 ਕਿਲੋਮੀਟਰ ਦੀ ਦੂਰੀ 'ਤੇ ਸੀਗਾ। ਅਸੀਂ ਅੱਲਾ ਕਰਕੇ ਹੈਡ ਸਲਾਮ 'ਤੇ ਪਹੁੰਚੇ। ਹੈਡ ਸਲਾਮ 'ਤੇ ਪਹੁੰਚੇ ਤੇ ਬਾਰਿਸ਼ ਥੋੜ੍ਹੀ ਜਿਹੀ ਘਟ ਗਈ ਸੀ। ਸਾਨੂੰ ਫਿਰ ਬਾਅਦ 'ਚ ਅਹਿਸਾਸ ਹੋਇਆ ਕਿ ਅਸੀਂ ਬਹੁਤ ਗਲਤੀ ਕੀਤੀ ਹੈ, ਕਿਉਂਕਿ ਅਸੀਂ ਇਸ ਇਲਾਕੇ 'ਚ ਪਹਿਲੀ ਦਫਾ ਆਏ ਸਾਂ। ਸਾਨੂੰ ਐਡੀ ਦੂਰ ਨਹੀਂ ਸੀ ਜਾਣਾ ਚਾਹੀਦਾ। ਤੁਹਾਡਾ ਵੀ ਅਗਰ ਚੱਕਰ ਦਰਿਆ 'ਤੇ ਲੱਗਦਾ ਤਾਂ ਕੋਸ਼ਿਸ਼ ਕਰੋ, ਜਿਸ ਇਲਾਕੇ ਨੂੰ ਤੁਸੀਂ ਨਹੀਂ ਜਾਣਦੇ, ਨਹੀਂ ਵਾਕਿਫ ਹੋ, ਉਸ ਸਾਈਡ 'ਤੇ ਬਿਲਕੁਲ ਨਹੀਂ ਜਾਣਾ, ਕਿਉਂਕਿ ਖੁਦਾ ਨਾ ਖਾਸਤਾ ਕੋਈ ਵੀ ਮਸਲਾ ਬਣ ਸਕਦਾ ਹੈ। ਇੱਕ ਤਾਂ ਦਰਿਆ ਇੰਨਾ ਭਰਿਆ ਹੋਇਆ ਸੀ, ਯਾਨੀ ਕਿ ਸੈਲਾਬ ਆਇਆ ਹੋਇਆ ਸੀਗਾ। ਦੂਸਰਾ ਉੱਤੋਂ ਇੰਨੀ ਤੇਜ਼ ਬਾਰਿਸ਼ ਹੋ ਰਹੀ ਸੀ, ਸਾਨੂੰ ਸਮਝ ਨਹੀਂ ਸੀ ਆ ਰਹੀ ਕਿ ਅਸੀਂ ਕਿਸ ਸਾਈਡ 'ਤੇ ਜਾਈਏ ਤੇ ਹੁਣ ਕੀ ਕਰੀਏ। ਫਿਰ ਅਸੀਂ ਇਹੀ ਸੋਚਿਆ ਕਿ ਜਿਸ ਰਸਤੇ 'ਤੇ ਅਸੀਂ ਆਏ ਹਾਂ ਉਸੇ ਰਸਤੇ 'ਤੇ ਹੀ ਵਾਪਸ ਨਿਕਲ ਜਾਈਏ। ਇਹ ਜਿਹੜਾ ਹੁਣ ਤੁਹਾਨੂੰ ਨਜ਼ਰ ਆ ਰਿਹਾ ਹੈ ਹਾਸਲਪੁਰ ਰੋਡ ਹੈ। ਇਹ ਦੇਖੋ ਕਾਫੀ ਰਸ਼ ਹੋ ਗਿਆ ਸੀ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਸ਼ੁਰੂ ਹੋ ਗਈ ਸੀ। ਸਭ ਲੋਕ ਵਾਪਸ ਆਪੋ ਆਪਣੇ ਘਰਾਂ 'ਚ ਜਾ ਰਹੇ ਸੀਗੇ। ਇਹ ਸਾਹਮਣੇ ਵੱਡਾ ਸਾਰਾ ਬੋਰਡ ਲੱਗਾ ਹੋਇਆ ਹੈ। ਅਸੀਂ ਵੀ ਸਾਰੇ ਦੋਸਤ ਆਪਣੇ ਘਰਾਂ ਨੂੰ ਨਿਕਲ ਗਏ ਸੀ, ਲੇਕਿਨ ਸਾਨੂੰ ਬਹੁਤ ਜ਼ਿਆਦਾ ਭੁੱਖ ਲੱਗ ਗਈ ਸੀ ਕਿਉਂਕਿ ਅਸੀਂ ਸਵੇਰ ਤਕਰੀਬਨ 10-10:30 ਵਜੇ ਦੇ ਘਰੋਂ ਨਿਕਲੇ ਹੋਏ ਸੀ ਚਿਸ਼ਤੀਆਂ ਤੋਂ। ਅਸੀਂ ਫਿਰ ਸਾਰੇ ਦੋਸਤਾਂ ਨੇ ਸਲਾਹ ਕੀਤੀ, ਚਲੋ ਹਾਸਲਪੁਰ ਰੁਕ ਕੇ ਉੱਥੇ ਜਾ ਕੇ ਖਾਣਾ ਖਾਵਾਂਗੇ। ਅਸੀਂ ਫਿਰ ਸਾਰੇ ਦੋਸਤਾਂ ਨੇ ਟੇਸਟੀ ਹੋਟਲ ਹਾਸਲਪੁਰ 'ਚ ਖਾਣਾ ਖਾਧਾ, ਜਿਹਦਾ ਖਾਣਾ ਬਹੁਤ ਟੇਸਟੀ ਸੀ ਔਰ ਲਜ਼ੀਜ਼ ਔਰ ਜ਼ਾਇਕੇਦਾਰ ਸੀ। ਖਾਣਾ ਖਾਣ ਤੋਂ ਬਾਅਦ ਅਸੀਂ ਫਿਰ ਸਾਰੇ ਦੋਸਤ ਹਾਸਲਪੁਰ ਤੋਂ ਚਿਸ਼ਤੀਆਂ ਨਿਕਲ ਗਏ। ਸਭ ਦੋਸਤਾਂ ਅੱਗੇ ਗੁਜ਼ਾਰਿਸ਼ ਹੈ कि सब भाई सब्सक्राइब लाइक शेयर लाजमी करें। शुक्रिया। मिलते हैं अगली वीडियो दे विच। अल्लाह हाफिज़।